हाँ जी बच्चों, ਅੱਜ ਅਸੀਂ ਆਪਣੀ ਸਿਲੇਬਸ ਦੀ ਪਹਿਲੀ ਪੋਇਮ ਲਾਈਨਸ ਰਿਟਨ ਇਨ अर्ਲੀ ਸਪ੍ਰਿੰਗ ਇਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਜਿਵੇਂ ਕਿ ਨਾਮ ਤੋਂ ਹੀ ਪਤਾ ਹੈ ਕਿ ਸਪ੍ਰਿੰਗ ਦੇ ਸੀਜ਼ਨ ਦੇ ਵਿੱਚ ਜਦੋਂ ਸਟਾਰਟ ਹੁੰਦੀ ਹੈ ਸਪ੍ਰਿੰਗ ਦਾ ਸੀਜ਼ਨ, ਬਸੰਤ ਦਾ ਸੀਜ਼ਨ, ਤਾਂ ਉਦੋਂ ਇਹ ਪੋਇਮ ਲਿਖੀ ਗਈ ਹੈ। ਇਹ ਪੋਇਮ ਕਿਸਨੇ ਲਿਖੀ ਹੈ ਜੀ? ਬਹੁਤ ਹੀ ਮਸ਼ਹੂਰ ਪੋਇਟ ਨੇ ਸਾਡੇ ਇੰਗਲਿਸ਼ ਦੇ ਵਿਲੀਅਮ ਵਰਡਸਵਰਥ, ਉਹਨਾਂ ਨੇ ਪੋਇਮ ਲਿਖੀ ਹੈ। ਤੇ ਮੈਨੂੰ ਉਮੀਦ ਹੈ ਬੱਚਿਓ ਕਿ ਤੁਸੀਂ ਇਹਨਾਂ ਦੀ ਲਿਖੀ ਹੋਈ ਕੋਈ ਨਾ ਕੋਈ ਪੋਇਮ ਪਹਿਲਾਂ ਵੀ ਆਪਣੀ 10ਵੀਂ ਕਲਾਸ ਤੱਕ ਜ਼ਰੂਰ ਪੜ੍ਹੀ ਹੋਏਗੀ। ਵਿਲੀਅਮ ਵਰਡਸਵਰਥ ਬਾਰੇ ਥੋੜ੍ਹਾ ਜਾਣ ਲੈਂਦੇ ਹਾਂ ਕਿ ਇਹ ਬਹੁਤ ਹੀ ਇੰਪੋਰਟੈਂਟ ਇੰਗਲਿਸ਼ ਪੋਇਟ ਨੇ ਅਤੇ ਇਹਨਾਂ ਨੇ ਇੰਗਲਿਸ਼ ਲਿਟਰੇਚਰ ਦੇ ਵਿੱਚ ਰੋਮੈਂਟਿਕ ਮੂਵਮੈਂਟ ਦੀ ਸਥਾਪਨਾ ਕੀਤੀ ਸੀ। ਰੋਮੈਂਟਿਕ ਮੂਵਮੈਂਟ ਕੀ ਹੈ ਜਾਂ ਰੋਮੈਂਟਿਕ ਪੋਇਟਰੀ ਕੀ ਹੈ, ਇਸ ਦੇ ਬਾਰੇ ਮੈਂ ਤੁਹਾਨੂੰ ਥੋੜ੍ਹੀ ਦੇਰ ਤੱਕ ਜਾਣਕਾਰੀ ਦਿੰਦਾ ਹਾਂ। ਇਹ ਕਿਉਂਕਿ ਇਹ ਇੰਗਲੈਂਡ ਦੇ ਵਿੱਚ ਲੇਕ ਡਿਸਟ੍ਰਿਕਟ ਦੇ ਵਿੱਚ ਰਹਿੰਦੇ ਸੀ, ਇਸ ਕਰਕੇ ਇਹਨਾਂ ਦਾ ਨਾਮ ਲੇਕ ਪੋਇਟ ਵੀ ਪਿਆ। ਇੱਥੇ ਥੋੜ੍ਹਾ ਠੀਕ ਕਰ ਦਿੰਦੇ ਹਾਂ, ਇਹਨਾਂ ਨੂੰ ਲੇਕ ਪੋਇਟ ਵੀ ਕਿਹਾ ਜਾਂਦਾ ਹੈ। ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਪੋਇਟ ਸੀਗੇ ਜਿਨ੍ਹਾਂ ਨੂੰ ਲੇਕ ਪੋਇਟ ਕਿਹਾ ਗਿਆ। ਇਸ ਪੋਇਮ ਬਾਰੇ ਥੋੜ੍ਹਾ ਜਿਹਾ ਪੜ੍ਹ ਲਈਏ ਕਿ ਨੇਚਰ 'ਤੇ ਲਿਖੀ ਹੋਈ ਪੋਇਮ ਹੈ ਜੀ। ਜਿੱਥੇ ਇਸ ਪੋਇਮ ਦੇ ਵਿੱਚ ਕਵੀ ਨੇਚਰ ਨੂੰ ਇੰਜੋਏ ਕਰਦਾ ਹੈ, ਉੱਥੇ ਹੀ ਉਹ ਜਦੋਂ ਮਨੁੱਖਾਂ ਦਾ ਨੇਚਰ ਪ੍ਰਤੀ ਨਜ਼ਰੀਆ ਦੇਖਦਾ ਹੈ ਜਾਂ ਰਵੱਈਆ ਦੇਖਦਾ ਹੈ ਤਾਂ ਉਹਦੇ ਮਨ ਦੇ ਵਿੱਚ ਡਾਰਕ ਥਾਟਸ ਆਉਂਦੇ ਨੇ। ਕਵੀ ਕਹਿੰਦਾ ਹੈ ਕਿ ਨੇਚਰ ਨੇ ਸਾਰਾ ਕੁਝ ਸਹੀ ਕੀਤਾ ਹੈ, ਪਰ ਇਹ ਇਨਸਾਨ ਹੈ ਜਿਸ ਨੇ ਕਿ ਨੇਚਰ ਦਾ ਗਲਤ ਯੂਜ਼ ਕੀਤਾ ਹੈ ਜਾਂ ਨੇਚਰ ਨੂੰ ਉਸਨੇ ਪਿਆਰ ਨਹੀਂ ਕੀਤਾ। ਤੇ ਪੋਇਟ ਦਾ ਜਿਹੜਾ ਦਿਲ ਹੈ ਉਹ ਦੁਖੀ ਹੁੰਦਾ ਹੈ ਜਦੋਂ ਉਹ ਨੇਚਰ ਦੇ ਨਾਲ ਸਾਡੇ ਹਿਊਮਨ ਦਾ ਰਵੱਈਆ ਦੇਖਦਾ ਹੈ। ਤਾਂ ਥੋੜ੍ਹਾ ਜਿਹਾ ਹੋਰ ਇਸ ਪੋਇਮ ਬਾਰੇ ਜਾਣ ਲੈਂਦੇ ਹਾਂ ਕਿ ਇਸ ਪੋਇਮ ਦੀਆਂ ਕੀ ਖਾਸੀਅਤਾਂ ਨੇ। ਤਾਂ ਮੈਂ ਤੁਹਾਨੂੰ ਸਕਰੀਨ 'ਤੇ ਇੱਕ ਮਾਈਂਡ ਮੈਪ ਸ਼ੋਅ ਕਰਦਾ ਹਾਂ। ਜਿਵੇਂ ਕਿ ਬੱਚਿਓ ਤੁਹਾਡੇ ਸਕਰੀਨ ਦੇ ਉੱਪਰ ਇੱਕ ਮੈਂ ਮਾਈਂਡ ਮੈਪ ਬਣਾਇਆ ਹੈ ਜਿਸ ਦੇ ਵਿੱਚ ਇਸ ਪੋਇਮ ਦੀਆਂ ਜੋ ਖਾਸੀਅਤਾਂ ਨੇ ਮੈਂ ਉਹ ਸ਼ੋਅ ਕੀਤੀਆਂ ਨੇ। ਤਾਂ ਲਾਈਨਸ ਰਿਟਨ ਇਨ अर्ਲੀ ਸਪ੍ਰਿੰਗ ਜਿਹੜੀ ਪੋਇਮ ਹੈ, ਇਸ ਦੀ ਪਹਿਲੀ ਖਾਸੀਅਤ ਹੈ ਬੱਚਿਓ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਹ ਇੱਕ ਰੋਮੈਂਟਿਕ ਪੋਇਮ ਹੈ। ਤਾਂ ਤੁਹਾਨੂੰ ਦੱਸਿਆ ਕਿ ਵਿਲੀਅਮ ਵਰਡਸਵਰਥ ਇੱਕ ਐਸੇ ਕਵੀ ਨੇ ਜਿਨ੍ਹਾਂ ਨੇ ਰੋਮੈਂਟਿਕ ਪੋਇਟਰੀ ਦੀ ਸ਼ੁਰੂਆਤ ਕੀਤੀ ਹੈ। ਹੁਣ ਰੋਮੈਂਟਿਕ ਦਾ ਮਤਲਬ ਬੱਚਿਓ ਤੁਸੀਂ ਫਿਲਮੀ ਅੰਦਾਜ਼ 'ਚ ਨਾ ਲਈਓ। ਰੋਮੈਂਟਿਕ ਦਾ ਮਤਲਬ ਇਹ ਹੁੰਦਾ ਕਿ ਜਦੋਂ ਕੋਈ ਕਵੀ ਆਪਣੀ ਰੋਜ਼ਮਰਾ ਦੀ ਮੁਸ਼ਕਲਾਂ ਭਰੀ ਜ਼ਿੰਦਗੀ ਤੋਂ ਦੂਰ ਹੋ ਕੇ ਨੇਚਰ ਦਾ ਸਹਾਰਾ ਲੈਂਦਾ ਹੈ ਅਤੇ ਉੱਥੇ ਜਾ ਕੇ ਉਹ ਕੋਈ ਪੋਇਟਰੀ ਲਿਖਦਾ ਹੈ, ਆਪਣੇ ਜਜ਼ਬਾਤ ਲਿਖਦਾ, ਆਪਣੀਆਂ ਫੀਲਿੰਗਸ ਲਿਖਦਾ, ਤਾਂ ਅਸੀਂ ਉਹ ਪੋਇਟਰੀ ਨੂੰ ਰੋਮੈਂਟਿਕ ਪੋਇਟਰੀ ਕਹਿੰਦੇ ਹਾਂ। ਜਿਵੇਂ ਇਸ ਕਵਿਤਾ ਦੇ ਵਿੱਚ ਕਵੀ ਨੇ ਨੇਚਰ ਦਾ ਸਹਾਰਾ ਲਿਆ, ਉਸਨੇ ਅਸੀਂ ਪੋਇਮ ਦੇ ਵਿੱਚ ਪੜ੍ਹਾਂਗੇ ਫਲਾਵਰਸ ਦਾ ਜ਼ਿਕਰ ਕੀਤਾ ਹੈ, ਬਰਡਸ ਦਾ ਜ਼ਿਕਰ ਕੀਤਾ ਹੈ, ਰੁੱਖਾਂ ਦਾ ਜ਼ਿਕਰ ਕੀਤਾ ਹੈ। ਤਾਂ ਉਸ ਨੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਤੋਂ ਉੱਭ ਕੇ ਨੇਚਰ ਦਾ ਸਹਾਰਾ ਲੈ ਕੇ ਪੋਇਟਰੀ ਲਿਖੀ ਹੈ, ਇਸ ਕਰਕੇ ਅਸੀਂ ਇਹ ਕਹਿੰਦੇ ਹਾਂ ਕਿ ਇਹ ਇੱਕ ਰੋਮੈਂਟਿਕ ਪੋਇਮ ਹੈ। ਦੂਸਰੀ ਬੱਚਿਓ ਇਸ ਪੋਇਮ ਦੀ ਖਾਸੀਅਤ ਹੈ ਕਿ ਇਸ ਦੇ ਵਿੱਚ ਬੱਚਿਓ ਸਿੰਪਲ ਡਿਕਸ਼ਨ ਹੈ। ਡਿਕਸ਼ਨ ਦਾ ਮਤਲਬ ਵਿੱਚ ਬੱਚਿਓ ਹੁੰਦਾ ਲੈਂਗੁਏਜ। ਜੇ ਤੁਸੀਂ ਇਸ ਪੋਇਮ ਨੂੰ ਆਮ ਪੜ੍ਹੋ ਨਾ ਬਿਨਾਂ ਕਿਸੇ ਦੀ ਮਦਦ ਲਈ, ਤਾਂ ਵੀ ਤੁਸੀਂ ਦੇਖੋਗੇ ਕਿ ਇਸ ਦੇ ਵਿੱਚ ਸਿੰਪਲ ਵਰਡਸ ਵਿਲੀਅਮ ਵਰਡਸਵਰਥ ਨੇ ਯੂਜ਼ ਕੀਤੇ ਨੇ ਜਿਨ੍ਹਾਂ ਦਾ ਮਤਲਬ ਤੁਸੀਂ ਈਜ਼ਲੀ ਜਾਣ ਸਕਦੇ ਹੋ। ਤਾਂ ਕੋਈ ਬਹੁਤ ਜ਼ਿਆਦਾ ਔਖੀ ਲੈਂਗੁਏਜ ਨਹੀਂ ਹੈ, ਬੜੀ ਹੀ ਸਿੰਪਲ ਲੈਂਗੁਏਜ ਦੇ ਵਿੱਚ ਇਹ ਪੋਇਮ ਲਿਖੀ ਹੋਈ ਹੈ। ਅਤੇ ਵੈਸੇ ਵੀ ਜਿਹੜੀ ਸਿੰਪਲ ਡਿਕਸ਼ਨ ਹੁੰਦੀ ਹੈ ਰੋਮੈਂਟਿਕ ਪੋਇਟਰੀ ਦੀ ਇੱਕ ਖਾਸੀਅਤ ਹੁੰਦੀ ਹੈ। ਤੀਸਰੀ ਇਸ ਪੋਇਮ ਦੀ ਖਾਸੀਅਤ ਇਹ ਹੈ ਕਿ ਇਸ ਦੇ ਵਿੱਚ ਕਵੀ ਨੇ ਨੇਚਰ ਨੂੰ ਐਜ਼ ਅ ਬੀਇੰਗ ਗਲੋਰੀਫਾਈ ਕੀਤਾ ਹੈ। ਗਲੋਰੀਫਾਈ ਦਾ ਮਤਲਬ ਹੁੰਦਾ ਹੈ ਉਸਨੇ ਇਸ ਦੀ ਪ੍ਰੇਜ਼ ਕੀਤੀ ਹੈ, ਬਹੁਤ ਜ਼ਿਆਦਾ ਪ੍ਰੇਜ਼ ਕੀਤੀ ਹੈ, ਪ੍ਰਸ਼ੰਸਾ ਕੀਤੀ ਹੈ। ਬੀਇੰਗ ਦਾ ਮਤਲਬ ਕਿ ਉਸਨੇ ਨੇਚਰ ਨੂੰ ਇੱਕ ਥਿੰਗ ਨਹੀਂ ਸਮਝਿਆ ਇਸ ਪੋਇਟਰੀ ਦੇ ਵਿੱਚ। ਜਿਵੇਂ ਕਿ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਕੁਦਰਤ ਇੱਕ ਚੀਜ਼ ਹੈ, ਨਹੀਂ, ਕੁਦਰਤ ਕੋਈ ਚੀਜ਼ ਨਹੀਂ ਹੈ ਕਵੀ ਦੇ ਲਈ। ਇਹ ਇੱਕ ਥਿੰਗ ਨਾ ਹੋ ਕੇ ਬੀਇੰਗ ਹੈ। ਬੀਇੰਗ ਦਾ ਮਤਲਬ ਉਹ ਚੀਜ਼ ਜੋ ਕਿ ਬੇਜਾਨ ਨਹੀਂ ਹੈ। ਤਾਂ ਜੇ ਤੁਸੀਂ ਇਹ ਪੋਇਮ ਤੁਸੀਂ ਪੜ੍ਹੋਗੇ ਤਾਂ ਬੱਚਿਓ ਇਸ ਤੁਹਾਨੂੰ ਪਤਾ ਲੱਗੇਗਾ ਕਿ ਨੇਚਰ ਨੂੰ ਉਸਨੇ ਇੱਕ ਚੀਜ਼, ਬੇਜਾਨ ਚੀਜ਼ ਨਹੀਂ ਸਮਝਿਆ, ਸਗੋਂ ਇੱਕ ਜਾਨਦਾਰ ਚੀਜ਼ ਸਮਝਿਆ ਹੈ। ਅਤੇ ਚੌਥੀ ਇਸ ਦੀ ਜੋ ਖਾਸੀਅਤ ਹੈ ਬੱਚਿਓ ਕਿ ਇਸ ਦੇ ਵਿੱਚ ਇੱਕ ਥੀਮ ਬਹੁਤ ਹੀ ਜ਼ਿਆਦਾ ਮਤਲਬ ਤੁਸੀਂ ਦੇਖੋਗੇ ਕਿ ਹਰ ਜਗ੍ਹਾ ਇਹ ਥੀਮ ਸਾਨੂੰ ਮਿਲਦਾ ਹੈ ਕਿ ਉਸ ਦੇ ਵਿੱਚ ਇੱਕ ਨੇਚਰ ਅਤੇ ਹਿਊਮੈਨਿਟੀ, ਕਿ ਕੁਦਰਤ ਅਤੇ ਇਨਸਾਨ ਦਾ ਜਿਹੜਾ ਲਿੰਕ ਹੈ ਉਸ ਦੇ ਬਾਰੇ ਬਾਰ-ਬਾਰ ਜ਼ਿਕਰ ਕੀਤਾ ਇਸ ਕਵੀ ਨੇ। ਤਾਂ ਬੱਚਿਓ ਇਹ ਮੈਂ ਛੋਟਾ ਜਿਹਾ ਮਾਈਂਡ ਮੈਪ ਬਣਾਇਆ ਸੀ। ਉਮੀਦ ਹੈ ਕਿ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ। ਹੁਣ ਆਪਾਂ ਆਪਣੀ ਪੋਇਮ ਵੱਲ ਵਾਪਸ ਮੁੜਦੇ ਹਾਂ। ਬੱਚਿਓ ਜਿਹੜੀ ਇਹ ਪੋਇਮ ਹੈ ਲਾਈਨਸ ਰਿਟਨ ਇਨ अर्ਲੀ ਸਪ੍ਰਿੰਗ, ਇਹ ਵਿਲੀਅਮ ਵਰਡਸਵਰਥ ਨੇ 1798 ਈਸਵੀ ਦੇ ਵਿੱਚ
ਆਪਣੀ ਇੱਕ ਬੁੱਕ ਦੇ ਵਿੱਚ ਲਿਖੀ ਸੀ, ਜਿਸ ਦਾ ਨਾਮ ਸੀ ਬੁੱਕ ਦਾ ਲਿਰਿਕਲ ਬੈਲੇਡਸ। ਲਿਰਿਕਲ ਬੈਲੇਡਸ, ਮੈਂ ਇਸ ਦਾ ਨਾਮ ਤੁਹਾਡੇ ਲਈ ਸਕਰੀਨ ਦੇ ਉੱਪਰ ਲਿਖਿਆ ਹੈ। ਤਾਂ ਇਹ ਜਿਹੜੀ ਪੋਇਮ ਹੈ ਬੱਚਿਓ, ਇਹ ਇੱਕ ਬੈਲੇਡ ਹੈ ਨਾ। ਵਾਟ ਇਜ਼ ਦਾ ਮੀਨਿੰਗ ਆਫ ਬੈਲੇਡ? ਬੈਲੇਡ ਇੱਕ ਅਜਿਹੀ ਪੋਇਮ ਜਿਸ ਨੂੰ ਤੁਸੀਂ ਈਜ਼ਲੀ ਗਾ ਸਕੋ, ਉਸ ਨੂੰ ਅਸੀਂ ਬੈਲੇਡ ਕਹਿੰਦੇ ਹਾਂ। ਜੇ ਤੁਸੀਂ ਦੇਖੋ ਬੱਚਿਓ, ਇਸ ਪੋਇਮ ਦੇ ਵਿੱਚ ਟੋਟਲ 6 ਸਟੈਂਜ਼ਾਸ ਨੇ, 6 ਸਟੈਂਜ਼ਾਸ ਨੇ। ਤਾਂ ਪੋਇਮ ਬਹੁਤ ਹੀ ਛੋਟੀ ਪੋਇਮ ਹੈ ਤੇ ਇਸ ਦੇ ਵਿੱਚ ਬਹੁਤ ਹੀ ਵਧੀਆ ਰਾਈਮਿੰਗ ਹੈ, ਇਸ ਕਰਕੇ ਅਸੀਂ ਇਸ ਨੂੰ ਗਾ ਸਕਦੇ ਹਾਂ। ਇਸੇ ਕਰਕੇ ਅਸੀਂ ਇਸ ਨੂੰ ਲਿਰਿਕਲ ਬੈਲੇਡ ਕਹਿੰਦੇ ਹਾਂ। ਤੇ ਇਹ ਜਿਹੜੀ ਪੋਇਮ ਹੈ, ਇਹ ਜੋ ਲਿਰਿਕਲ ਬੈਲੇਡ ਦਾ ਪ੍ਰੀਫੇਸ ਹੈ, ਉਸ ਦੇ ਵਿੱਚੋਂ ਇਹ ਪੋਇਮ ਲਈ ਗਈ ਸੀ, ਜਿਸ ਨੂੰ ਕਿ ਵਿਲੀਅਮ ਵਰਡਸਵਰਥ ਨੇ ਲਿਖਿਆ ਸੀ। ਹੁਣ ਅਸੀਂ ਇਸ ਦੀ ਥੋੜੀ ਜਿਹੀ ਪੋਇਮ ਦੀ ਸਟਰਕਚਰ ਬਾਰੇ ਵੀ ਜਾਣਕਾਰੀ ਲੈ ਲੈਂਦੇ ਹਾਂ। ਜੇ ਅਸੀਂ ਇਸ ਦਾ ਸਟਰਕਚਰ ਦੇਖੀਏ ਬੱਚਿਓ, ਤਾਂ ਇਹਦੀ ਜਿਹੜੀ ਰਾਈਮਿੰਗ ਸਕੀਮ ਹੈ ਉਹ ਹੈ ABAB, ਯੂਨੀਕ ABAB ਦੇ ਹਿਸਾਬ ਨਾਲ ਚੱਲਦੀ ਹੈ ਇਸ ਦੀ ਰਾਈਮਿੰਗ ਸਕੀਮ। ਆਪਾਂ ਚੈੱਕ ਵੀ ਕਰ ਲੈਂਦੇ ਹਾਂ। ਦੇਖੋ, ਪਹਿਲੀ ਲਾਈਨ ਦਾ ਆਖਰੀ ਸ਼ਬਦ ਹੈ ਨੋਟ, ਫਿਰ ਹੈ ਰਿਕਲਾਈਨਡ, ਫਿਰ ਤੀਸਰੀ ਲਾਈਨ ਦਾ ਥਾਟ, ਫਿਰ ਮਾਈਂਡ। ਦੈਟ ਮੀਨਸ ਜਿਹੜੀ ਨੋਟ ਦੀ ਰਾਈਮਿੰਗ ਹੈ ਉਹ ਥਾਟ ਨਾਲ ਮਿਲਦੀ ਹੈ ਤੇ ਰਿਕਲਾਈਨ ਦੀ ਰਾਈਮਿੰਗ ਮਾਈਂਡ ਨਾਲ ਮਿਲਦੀ ਹੈ। ਤਾਂ ਹੀ ਅਸੀਂ ਇਸ ਨੂੰ, ਜੇ ਅਸੀਂ ਇਸ ਚੀਜ਼ ਨੂੰ A ਸਾਊਂਡ, ਨੋਟ ਵਾਲੀ ਸਾਊਂਡ ਨੂੰ A ਦਈਏ, ਤਾਂ ਨੈਚੁਰਲੀ ਥਾਟ ਵਾਲੀ ਵੀ ਉਹੀ ਸਾਊਂਡ ਅਸੀਂ A ਦੇਵਾਂਗੇ। ਇਸੇ ਤਰ੍ਹਾਂ ਰਿਕਲਾਈਨ ਨੂੰ ਅਸੀਂ B ਦਈਏ ਸਾਊਂਡ ਨੂੰ, ਤੇ ਮਾਈਂਡ ਨੂੰ ਅਸੀਂ B ਦੇਵਾਂਗੇ। ਤਾਂ ਕੀ ਸਾਡੀ ਸਕੀਮ ਕੀ ਬਣੀ? ABAB, ਜੋ ਅਸੀਂ ਆ ਲਿਖੀ ਹੈ। ਲੇਕਿਨ ਇਹ ਯੂਨੀਕ ABAB ਹੈ। ਯੂਨੀਕ ABAB ਦਾ ਮਤਲਬ ਕੀ ਹੈ ਕਿ ਹਰ ਸਟੈਂਜ਼ੇ ਦੀ ਰਾਈਮਿੰਗ ਜਿਹੜੀ ਹੈ ਉਹ ਪਿਛਲੇ ਸਟੈਂਜ਼ੇ ਨਾਲੋਂ ਅਲੱਗ ਹੈ। ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਹਰ ਇੱਕ ਸਟੈਂਜ਼ੇ ਦੀ ਜਿਹੜੀ ਰਾਈਮਿੰਗ ਹੈ ਉਹ ABAB ਦੇ ਹਿਸਾਬ ਨਾਲ ਚੱਲਦੀ ਹੈ। ਅਸੀਂ ਚੈੱਕ ਕਰ ਲੈਂਦੇ ਹਾਂ। ਦੂਸਰੇ ਸਟੈਂਜ਼ੇ ਦੀ ਲਾਸਟ ਜੋ ਵਰਡ ਹੈ ਉਹ ਲਿੰਕ ਹੈ, ਫਿਰ ਰੈਨ ਹੈ, ਫਿਰ ਥਿੰਕ ਹੈ, ਫਿਰ ਮੈਨ ਹੈ। ਫਿਰ ਅਸੀਂ ਦੇਖੀਏ ਸੇਮ ਉਹੀ ਲਿੰਕ ਦੀ ਜਿਹੜੀ ਸਾਊਂਡ ਹੈ ਉਹ ਥਿੰਕ, ਲਿੰਕ ਥਿੰਕ। ਇਸੇ ਤਰ੍ਹਾਂ ਰੈਨ ਦੀ ਜਿਹੜੀ ਸਾਊਂਡ ਹੈ ਉਹ ਮੈਨ ਨਾਲ ਚੱਲਦੀ ਹੈ। ਤਾਂ ਹੁਣ ਕਿਉਂਕਿ ਲਿੰਕ ਵਾਲੀ ਸਾਊਂਡ ਪਹਿਲਾਂ ਨਹੀਂ ਆਈ, ਇਸ ਕਰਕੇ ਅਸੀਂ ਇਸ ਨੂੰ ਨਵੀਂ ਦੇਵਾਂਗੇ। ਤਾਂ ਹੀ ਅਸੀਂ ਇਸ ਨੂੰ ਕਹਿੰਦੇ ਹਾਂ ਕਿ ਯੂਨੀਕ ABAB ਹੈ। ਜੇ ਤਾਂ ਅਸੀਂ ਇਕੱਲੇ ਸਟੈਂਜ਼ੇ ਦਾ ਜ਼ਿਕਰ ਕਰੀਏ ਤਾਂ ਫਿਰ ਅਸੀਂ ਇਸ ਨੂੰ ABAB ਕਹਿ ਸਕਦੇ ਹਾਂ। ਲੇਕਿਨ ਜਦੋਂ ਅਸੀਂ ਕੰਪਲੀਟ ਪੋਇਮ ਨੂੰ ਦੇਖੀਏ ਤਾਂ ਅਸੀਂ ਇਸ ਦੀ ਸਾਊਂਡ ਨੂੰ ਅਲੱਗ ਨਾਮ ਦੇਵਾਂਗੇ। ਸਪੋਜ਼ ਕਰੋ ਅਸੀਂ ਇਸ ਨੂੰ C ਦਈਏ ਤਾਂ ਅਗਲੇ ਵਾਲੀ ਨੂੰ ਅਸੀਂ D ਦੇਵਾਂਗੇ, ਪਰ ਫਿਰ ਥਿੰਕ ਵਾਲੀ ਸਾਊਂਡ ਨੂੰ ਅਸੀਂ C ਦੇਵਾਂਗੇ ਤੇ ਫਿਰ ਅਸੀਂ D ਦੇਵਾਂਗੇ। ਤਾਂ ਸਾਡੀ ਰਾਈਮਿੰਗ ਸਕੀਮ ਜੋ ਸੈਕਿੰਡ ਸਟੈਂਜ਼ੇ ਦੀ ਹੈ ਉਹ CD ਬਣੇਗੀ। ਤਾਂ ਇਸ ਤਰ੍ਹਾਂ ਬੱਚਿਓ ਇਹ ਜਿਹੜੀ ਰਾਈਮਿੰਗ ਸਕੀਮ ਹੈ ਇਹ ਚੱਲਦੀ ਰਹਿੰਦੀ ਹੈ। ਪੂਰੇ 6 ਸਟੈਂਜ਼ੇਸ ਦੀ ਤੁਸੀਂ ਰਾਈਮਿੰਗ ਸਕੀਮ ਇਸੇ ਤਰ੍ਹਾਂ ਚੈੱਕ ਕਰ ਸਕਦੇ ਹੋ। ਇਸ ਪੋਇਮ ਦੇ ਵਿੱਚ ਇੱਕ ਲਾਈਨ ਰਿਪੀਟ ਹੋਈ ਹੈ। ਦੇਖੋ, ਸੈਕਿੰਡ ਸਟੈਂਜ਼ੇ ਦੀ ਲਾਸਟ ਲਾਈਨ, ਵਟ ਮੈਨ ਹੈਜ਼ ਮੇਡ ਆਫ ਮੈਨ, ਇਹ ਸੇਮ ਜਿਹੜੀ ਹੈ ਲਾਈਨ ਤੁਹਾਨੂੰ ਜਿਹੜੀ ਹੈ ਬਿਲਕੁਲ ਲਾਸਟ ਦੇ ਵਿੱਚ ਫੇਰ ਨਜ਼ਰ ਆਉਂਦੀ ਹੈ, ਵਟ ਮੈਨ ਹੈਜ਼ ਮੇਡ ਆਫ ਮੈਨ। ਲੇਕਿਨ ਦੋਨਾਂ ਦੇ ਵਿੱਚ ਥੋੜਾ ਜਿਹਾ ਫਰਕ ਹੈ। ਜੇ ਤੁਸੀਂ ਦੇਖੋ ਤਾਂ ਐਂਡ ਦੇ ਵਿੱਚ ਇੱਥੇ ਕੁਐਸਚਨ ਮਾਰਕ ਹੈ, ਲੇਕਿਨ ਜਿਹੜਾ ਉੱਪਰ ਵਟ ਮੈਨ ਹੈਜ਼ ਮੇਡ ਆਫ ਮੈਨ ਹੈ, ਇਸ ਦੇ ਵਿੱਚ ਫੁੱਲ ਸਟਾਪ ਹੈ। ਤਾਂ ਇਹ ਵੀ ਸਮਝਣ ਦੀ ਕੋਸ਼ਿਸ਼ ਹੈ ਬੱਚਿਓ ਕਿ ਦੋਨਾਂ ਦਾ ਹੀ ਮੀਨਿੰਗ ਹੈ ਜਿਹੜਾ ਥੋੜਾ ਜਿਹਾ ਡਿਫਰੈਂਟ ਹੈ। ਜਿਵੇਂ ਅਸੀਂ ਪੋਇਮ ਨੂੰ ਪੜਾਂਗੇ, ਪੈਰਾਫਰੇਜ਼ ਕਰਾਂਗੇ, ਮੈਂ ਤੁਹਾਨੂੰ ਇਸ ਦੇ ਬਾਰੇ ਕਲੀਅਰ ਕਰਾਂਗਾ। ਹੁਣ ਅਸੀਂ ਪੋਇਮ ਆਪਣੀ ਸਟਾਰਟ ਕਰਦੇ ਹਾਂ। ਹਾਂਜੀ ਬੱਚਿਓ, ਪੋਇਮ ਦਾ ਪਹਿਲਾ ਸਟੈਂਜ਼ਾ, ਜਿਸ ਨੂੰ ਅਸੀਂ ਕੁਆਟਰੇਨ ਵੀ ਕਹਿ ਸਕਦੇ ਹਾਂ, ਕਿਉਂਕਿ 4 ਲਾਈਨਾਂ ਦਾ ਬੱਚਿਓ ਇਹ ਜਿਹੜਾ ਹੈ ਇਹ ਸਟੈਂਜ਼ਾ ਹੈ। ਤਾਂ 4 ਲਾਈਨਾਂ ਦੇ ਸਟੈਂਜ਼ੇ ਨੂੰ ਕੁਆਟਰੇਨ ਕਿਹਾ ਜਾਂਦਾ ਹੈ। ਤਾਂ ਪਹਿਲੇ ਕੁਆਟਰੇਨ ਦੇ ਵਿੱਚ ਕਵੀ ਕੀ ਕਹਿੰਦਾ ਹੈ ਕਿ I heard 1,000 blended notes while in a grove I sat reclined in that sweet mood when pleasant thoughts bring sad thoughts to the mind। ਤਾਂ ਕਵੀ ਰੁੱਖਾਂ ਦੇ ਝੁੰਡ 'ਚ ਬੈਠਾ ਹੈ। ਗਰੋਵ ਦਾ ਮਤਲਬ ਹੁੰਦਾ ਬੱਚਿਓ, ਜਦੋਂ ਰੁੱਖ ਹੁੰਦੇ ਆ, ਰੁੱਖਾਂ ਦਾ ਝੁੰਡ ਜਿਹਾ ਹੁੰਦਾ ਹੈ, ਤਾਂ ਉਹ ਉੱਥੇ ਬੈਠਾ ਹੈ। ਉਹ ਬੜੇ ਆਰਾਮ ਨਾਲ ਬੈਠਾ ਹੈ। ਰਿਕਲਾਈਨ ਦਾ ਮਤਲਬ ਬਹੁਤ ਹੀ ਆਰਾਮ ਨਾਲ ਬੈਠਾ ਹੈ ਨਾ। ਇੱਥੇ ਇੱਕ ਲਾਈਨ, ਜਿਹੜੀ ਦੂਸਰੀ ਲਾਈਨ ਦੇ ਵਿੱਚ ਇੱਕ ਵਰਡ ਆਇਆ ਸੇਟ, ਤਾਂ ਇਹ ਵਰਡ ਐਕਚੁਅਲੀ ਸਿਟ ਸੈਟ ਜੋ ਦੂਸਰੀ ਵਰਬ ਹੁੰਦੀ ਹੈ ਸਿਟ ਦੀ, ਉਸ ਤੋਂ ਲਿਆ ਗਿਆ। ਲੇਕਿਨ ਪਿੱਛੇ ਈ ਕਿਉਂ ਲਾਈ ਗਿਆ? ਬਿਕੋਜ਼ ਇਹ ਪੁਰਾਣੇ, ਇਹਨੂੰ ਅਸੀਂ ਆਰਕਾਇਕ ਵਰਡਸ ਕਹਿੰਦੇ ਹਾਂ ਬੱਚਿਓ। ਤਾਂ ਇਹ ਜਿਹੜੇ ਪੁਰਾਣੀ ਲੈਂਗੁਏਜ ਦੇ ਵਿੱਚ ਇਸ ਤਰ੍ਹਾਂ ਵਰਡਸ ਯੂਜ਼ ਕੀਤੇ ਜਾਂਦੇ ਸੀ, ਇਸ ਕਰਕੇ ਈ ਲੱਗਿਆ ਹੋਇਆ। ਤਾਂ ਮੈਂ ਤੁਹਾਨੂੰ ਇਹ ਕਲੀਅਰ ਕਰਤਾ ਕਿ ਉਹ ਬੈਠਾ ਬੜੇ ਆਰਾਮ ਦੇ ਨਾਲ, ਕਿੱਥੇ? ਰੁੱਖਾਂ ਦੇ ਝੁੰਡ 'ਚ। ਤੇ ਉਹ ਕੀ ਸੁਣ ਰਿਹਾ? ਆਈ ਹਰਡ, ਕਵੀ ਕੀ ਸੁਣ ਰਿਹਾ? 1,000 ਬਲੈਂਡਡ ਨੋਟਸ। ਨਾ, ਬਲੈਂਡਡ ਦਾ ਮਤਲਬ ਹੁੰਦਾ ਹੈ ਮਿਕਸਡ, ਨੋਟਸ ਦਾ ਮਤਲਬ ਧੁਨਾਂ। ਜਿਵੇਂ ਉਸ ਨੂੰ ਕੋਈ ਮਿਊਜ਼ਿਕ ਦੀਆਂ ਕੋਈ ਧੁਨਾਂ ਸੁਣ ਰਹੀਆਂ ਨੇ, ਮਿਊਜ਼ਿਕ ਸੁਣ ਰਿਹਾ ਹੈ, ਬਹੁਤ ਸਾਰੀਆਂ, ਹਜ਼ਾਰਾਂ ਹੀ ਉਸ ਨੂੰ ਇਸ ਤਰ੍ਹਾਂ ਦੀਆਂ ਮਿਊਜ਼ਿਕ ਦੇ ਨੋਟਸ ਸੁਣ ਰਹੇ ਨੇ। ਹੁਣ ਬਹੁਤ ਹੀ ਵਧੀਆ ਉਹਦਾ ਮੂਡ ਹੈ, ਕਵੀ ਦਾ ਸਵੀਟ ਮੂਡ 'ਚ ਬੈਠਾ ਹੈ, ਬਹੁਤ ਹੀ ਵਧੀਆ ਮੂਡ ਹੈ। ਤੇ ਉਸਦੇ ਮਨ ਦੇ ਅੰਦਰ ਪਲੇਜ਼ੈਂਟ ਥਾਟਸ ਆ ਰਹੀਆਂ ਨੇ। ਪਲੇਜ਼ੈਂਟ ਦਾ ਮਤਲਬ ਹੁੰਦਾ ਬਹੁਤ ਹੀ ਵਧੀਆ, ਥਾਟਸ ਦਾ ਮਤਲਬ ਵਿਚਾਰ, ਬੜੇ ਹੀ ਵਧੀਆ ਵਿਚਾਰ ਉਸਦੇ ਮਨ 'ਚ ਆ ਰਹੇ ਨੇ। ਪਰ ਦੇਖੋ ਚੌਥੀ ਲਾਈਨ 'ਚ ਉਹ ਕੀ ਕਹਿੰਦਾ ਹੈ?
ਇਹਨਾਂ ਪਲੇਜ਼ੈਂਟ ਥੋਟਸ ਦੇ ਨਾਲ ਬ੍ਰਿੰਗ ਸੈਡ ਥੋਟਸ ਟੂ ਦਾ ਮਾਈਂਡ। ਕਹਿੰਦੇ ਮੇਰੇ ਮਨ ਦੇ ਵਿੱਚ ਬੁਰੇ ਵਿਚਾਰ ਵੀ ਆ ਰਹੇ ਨੇ, ਉਦਾਸੀ ਭਰੇ ਵਿਚਾਰ ਵੀ ਆ ਰਹੇ ਨੇ, ਸੈਡ ਥੋਟਸ। ਤਾਂ ਦੇਖੋ ਤੁਸੀਂ ਕਿੰਨਾ ਸੋਹਣਾ ਕਵੀ ਨੇ ਤੀਸਰੀ ਲਾਈਨ ਦੇ ਵਿੱਚ ਉਸਨੇ ਪਲੇਜ਼ੈਂਟ ਥਾਟਸ ਯੂਜ਼ ਕਰਿਆ ਹੈ ਤੇ ਉਸਦੇ ਬਿਲਕੁਲ ਉਲਟਾ ਇੱਥੇ ਉਸਨੇ ਸੈਡ ਥਾਟਸ ਯੂਜ਼ ਕਰਿਆ। ਮਤਲਬ ਦੋਨੇ ਤਰ੍ਹਾਂ ਦੇ ਵਿਚਾਰ ਉਸਦੇ ਮਨ 'ਚ ਆ ਰਹੇ ਨੇ ਜਦੋਂ ਉਹ ਗਰੋਵ 'ਚ ਬੈਠਾ ਹੈ, ਬੜੇ ਹੀ ਆਰਾਮ ਨਾਲ ਬੈਠਾ ਹੈ ਤੇ ਉਸ ਨੂੰ ਕੁਦਰਤ ਦੇ ਜੋ ਮਿਊਜ਼ਿਕ ਹੈ ਉਸ ਦੀਆਂ ਹਜ਼ਾਰਾਂ ਧੁਨਾਂ, ਹਜ਼ਾਰਾਂ ਨੋਟਸ ਉਸ ਨੂੰ ਸੁਣ ਰਹੀਆਂ ਨੇ। ਤਾਂ ਹੁਣ ਉਸਦੇ ਇਹ ਗੱਲ ਤਾਂ ਸਮਝ ਆਉਂਦੀ ਹੈ ਕਿ ਉਸਦਾ ਮੂਡ ਬੜਾ ਸਵੀਟ ਹੈ, ਬੜੇ ਵਧੀਆ ਮੂਡ 'ਚ ਬੈਠਾ ਹੈ, ਫਿਰ ਉਹ ਸੈਡ ਕਿਉਂ ਹੋ ਜਾਂਦਾ ਹੈ? ਤਾਂ ਇਸਦਾ ਆਂਸਰ ਸਾਨੂੰ ਸੈਕਿੰਡ ਕੁਆਟਰਨ 'ਚ ਮਿਲਦਾ ਹੈ। ਸੈਕਿੰਡ ਸਟੈਂਜ਼ੇ 'ਚੋਂ ਕੀ ਕਹਿ ਰਿਹਾ ਹੈ? ਟੂ ਹਰ ਫੇਅਰ ਵਰਕਸ ਡਿਡ ਨੇਚਰ ਲਿੰਕ the human soul that through me ran, and much it grieved my heart to think what man has made of man। ਹੁਣ ਉਹ ਇਹ ਕਹਿ ਰਿਹਾ ਹੈ, ਕਹਿੰਦਾ ਵੀ ਜਿਹੜੀ ਨੇਚਰ ਹੈ ਉਸ ਦੇ ਬਹੁਤ ਹੀ ਵਧੀਆ ਕੰਮ ਨੇ, ਫੇਅਰ ਵਰਕਸ। ਤੇ ਇੱਕ ਹੋਰ ਚੀਜ਼ ਇੱਥੇ ਬੇਟਾ ਦੇਖਣ ਵਾਲੀ ਹੈ, ਉਸਨੇ ਨੇਚਰ ਦੇ ਲਈ ਇੱਕ ਪ੍ਰਨਾਊਨ ਯੂਜ਼ ਕੀਤਾ ਹੈ, ਹਰ। ਦੈਟ ਮੀਨਸ ਉਸਨੇ ਨੇਚਰ ਨੂੰ, ਮੈਂ ਤੁਹਾਨੂੰ ਦੱਸਿਆ ਸੀ ਮਾਈਂਡ ਮੈਪ ਦੇ ਵਿੱਚ ਕਿ ਉਸਨੇ ਨੇਚਰ ਨੂੰ ਥਿੰਗ ਨਹੀਂ ਸਮਝਿਆ, ਉਸਨੇ ਇਸ ਨੂੰ ਬੀਇੰਗ ਸਮਝਿਆ। ਤਾਂ ਇਸੇ ਲਈ ਉਸਨੇ ਇੱਥੇ ਦੇਖੋ ਉਸ ਨੂੰ ਹਰ ਕਹਿ ਕੇ ਬੁਲਾਇਆ ਕਿ ਨੇਚਰ ਦੇ ਬਹੁਤ ਹੀ ਵਧੀਆ ਕੰਮ ਨੇ, ਬਹੁਤ ਹੀ ਉਸਨੇ ਸ਼ਾਨਦਾਰ ਕੰਮ ਕੀਤੇ ਨੇ। ਤੇ ਉਹ ਕਿਹਦੇ ਨਾਲ ਲਿੰਕ ਨੇ? ਉਹ ਹਿਊਮਨ ਸੋਲ ਦੇ ਨਾਲ ਲਿੰਕ ਨੇ, ਜਿਹੜੇ ਮੇਰੇ ਅੰਦਰ ਦੌੜ ਰਹੀ ਹੈ। ਦੇਖੋ ਉਸਨੇ ਹਿਊਮਨ ਸੋਲ ਨੂੰ ਵੀ ਆਪਣੇ ਸਰੀਰ ਦੇ ਅੰਦਰ ਇੱਕ ਜਿਵੇਂ ਖੂਨ ਦੇ ਵਿੱਚ ਕੋਈ ਚੀਜ਼ ਦੌੜਦੀ ਹੁੰਦੀ ਆ, ਉਸ ਤਰ੍ਹਾਂ ਉਸਨੇ ਹਿਊਮਨ ਸੋਲ ਨੂੰ ਆਪਣੇ ਅੰਦਰ ਇਸ ਤਰ੍ਹਾਂ ਮਤਲਬ ਡਿਸਕ੍ਰਾਈਬ ਕੀਤਾ ਹੈ। ਤਾਂ ਕਹਿਣਾ ਕੀ ਚਾਹੁੰਦਾ ਹੈ? ਉਹ ਕਹਿਣਾ ਇਹ ਚਾਹੁੰਦਾ ਹੈ ਕਿ ਜਿਹੜੀ ਨੇਚਰ ਹੈ ਉਹ ਮਨੁੱਖ ਦੇ ਨਾਲ ਲਿੰਕਡ ਹੈ। ਉਹ ਆਪਣੇ ਨਾਲ ਲਿੰਕ ਕਰਕੇ ਸਮਝਾ ਰਿਹਾ ਹੈ ਕਿ ਜਿਹੜੀ ਨੇਚਰ ਹੈ ਉਸਦਾ ਲਿੰਕ ਕਿਹਦੇ ਨਾਲ ਹੈ? ਮਨੁੱਖ ਦੇ ਨਾਲ, ਕਿਉਂਕਿ ਮਨੁੱਖ ਦੇ ਅੰਦਰ ਉਸਨੇ ਹੀ ਕਿਹਾ ਨਾ ਕਿ ਉਸਦੀ ਸੋਲ ਜਿਹੜੀ ਹੈ ਉਸਦੇ ਨਾਲ ਲਿੰਕ ਹੈ ਉਹ। ਤਾਂ ਬੇਟਾ ਇਸ ਲਾਈਨ ਦੇ ਵਿੱਚ ਉਸਨੇ ਪਰਸੋਨੀਫਿਕੇਸ਼ਨ ਵੀ ਯੂਜ਼ ਕੀਤੀ ਹੈ, ਬਿਕੋਜ਼ ਹਰ ਫੇਅਰ ਵਰਕਸ, ਆਮ ਤੌਰ ਤੇ ਜਿਹੜੇ ਕੰਮ ਕੀਤੇ ਜਾਂਦੇ ਨੇ, ਵਧੀਆ ਕੰਮ ਕੀਤੇ ਜਾਂਦੇ ਨੇ, ਇਨਸਾਨ ਕਰਦਾ ਹੈ, ਲੇਕਿਨ ਨੇਚਰ ਇੱਥੇ ਕੰਮ ਕਰ ਰਹੀ ਹੈ ਤੇ ਨੇਚਰ ਨੂੰ ਉਸਨੇ ਪਰਸੋਨੀਫਾਈ ਕੀਤਾ ਹਰ ਦੇ ਨਾਲ। ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਲਾਈਨ ਦੇ ਵਿੱਚ ਪਰਸੋਨੀਫਿਕੇਸ਼ਨ ਯੂਜ਼ ਕੀਤੀ ਗਈ ਹੈ। ਤਾਂ ਇਹ ਤੁਹਾਨੂੰ ਪਤਾ ਹੈ ਪਰਸੋਨੀਫਿਕੇਸ਼ਨ ਦਾ ਮਤਲਬ ਕੀ ਹੁੰਦਾ? ਜਦੋਂ ਅਸੀਂ ਦੋ ਚੀਜ਼ਾਂ ਨੂੰ ਬੇਟਾ ਕੰਪੈਰੀਜ਼ਨ ਕਰਦੇ ਹਾਂ, ਜਿਹਦੇ ਵਿੱਚ ਇੱਕ ਚੀਜ਼ ਨੋਨ ਹਿਊਮਨ ਬੀਇੰਗ ਵਾਲੀ ਹੁੰਦੀ ਹੈ, ਲੇਕਿਨ ਅਸੀਂ ਜਦੋਂ ਉਸ ਨੋਨ ਹਿਊਮਨ ਬੀਇੰਗ ਵਾਲੀ ਨੂੰ ਅਣਮਨੁੱਖੀ ਚੀਜ਼ ਦੇ ਉੱਪਰ ਕੋਈ ਮਨੁੱਖੀ ਕੁਆਲਿਟੀ ਦੇਖਦੇ ਹਾਂ ਤਾਂ ਅਸੀਂ ਕਹਿੰਦੇ ਹਾਂ ਕਿ ਪਰਸੋਨੀਫਿਕੇਸ਼ਨ ਯੂਜ਼ ਹੋਈ ਹੈ। ਜੇਕਰ ਤੁਸੀਂ ਪਰਸੋਨੀਫਿਕੇਸ਼ਨ ਦੇ ਬਾਰੇ ਜ਼ਿਆਦਾ ਚੰਗੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਤਾਂ ਮੈਂ ਇਸ ਨੂੰ ਆਪਣੇ ਪਿਛਲੇ ਲੈਕਚਰ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਸਾਰੇ ਜਿਹੜੀਆਂ ਪੋਇਟੀਕਲ ਡਿਵਾਈਸਿਸ ਨੇ ਮੈਂ ਉਹ ਸਮਝਾਈਆਂ ਨੇ, ਜਿਹਦੇ ਵਿੱਚ ਐਲੀਟਰੇਸ਼ਨ ਵੀ ਹੈ, ਪਰਸੋਨੀਫਿਕੇਸ਼ਨ ਵੀ ਹੈ। ਤਾਂ ਤੁਸੀਂ ਉੱਪਰ ਦਿੱਤੇ ਲਿੰਕ ਤੇ ਜਾ ਕੇ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹੋ। ਅੱਗੇ, ਐਂਡ ਮਚ ਇਟ ਗ੍ਰੀਵਡ ਮਾਈ ਹਾਰਟ ਟੂ ਥਿੰਕ, ਕਹਿੰਦੇ ਜਦੋਂ ਫਿਰ ਮੈਂ ਇਸ ਦੇ ਬਾਰੇ ਸੋਚਦਾ, ਜਦੋਂ ਮੇਰਾ ਦਿਲ ਇਸ ਦੇ ਬਾਰੇ ਸੋਚਦਾ ਤਾਂ ਬਹੁਤ ਦੁਖੀ ਹੁੰਦਾ। ਦੁਖੀ ਹੁੰਦਾ, ਗਰੀਵ ਦਾ ਮਤਲਬ ਦੁਖੀ ਹੋਣਾ। ਕਿਉਂ ਦੁਖੀ ਹੁੰਦਾ ਹੈ? ਕਿ ਵਟ ਮੈਨ ਹੈਜ਼ ਮੇਡ ਆਫ ਮੈਨ, ਕਿ ਆਦਮੀ ਨਾਲ ਰਿਸ਼ਤਾ ਕੀ ਬਣਿਆ, ਜਾਂ ਆਦਮੀ ਦਾ ਨੇਚਰ ਨਾਲ ਰਿਸ਼ਤਾ ਕੀ ਹੈ, ਉਹਨਾਂ ਦਾ ਆਪਸੀ ਰਿਸ਼ਤਾ ਕੀ ਹੈ ਤੇ ਨੇਚਰ ਨਾਲ ਰਿਸ਼ਤਾ ਕੀ ਬਣਿਆ, ਕਿਸ ਤਰ੍ਹਾਂ ਦਾ ਰਿਸ਼ਤਾ ਉਸਦਾ ਨੇਚਰ ਨਾਲ ਹੁਣ ਹੋ ਗਿਆ। ਨੇਚਰ ਦੀ ਪਰਵਾਹ ਹੀ ਨਹੀਂ ਕਰਦਾ, ਨੇਚਰ ਨੂੰ ਕੱਟਣ ਤੇ ਤੁਰਿਆ, ਉਸ ਨੂੰ ਖਰਾਬ ਕਰਨ ਤੇ ਤੁਰਿਆ। ਇਹ ਚੀਜ਼ ਸੁਣ ਕੇ, ਇਹ ਚੀਜ਼ ਬਾਰੇ ਸੋਚ ਕੇ ਮੇਰਾ ਮਨ ਦੁਖੀ ਹੁੰਦਾ। ਤਾਂ ਜਿਹੜਾ ਇੱਥੇ ਬ੍ਰਿੰਗ ਸੈਡ ਥੋਟਸ ਵਾਲਾ ਸਾਡਾ ਕੁਐਸਚਨ ਸੀਗਾ, ਉਹਦਾ ਆਨਸਰ ਸਾਨੂੰ ਸੈਕਿੰਡ ਕੁਆਟਰਨ ਦੇ ਵਿੱਚ, ਸੈਕਿੰਡ ਸਟੈਂਜ਼ੇ ਦੇ ਵਿੱਚ ਮਿਲਦਾ ਹੈ ਕਿ ਉਹ ਇਸ ਪੈਰੇ ਦੇ ਵਿੱਚ ਇਹ ਦਿਖਦਾ ਹੈ ਕਿ ਜਿਹੜਾ ਸਾਡਾ ਰਿਸ਼ਤਾ ਹੈ ਹਿਊਮਨ ਦਾ ਨੇਚਰ ਦੇ ਨਾਲ, ਉਹ ਹਿਊਮਨ ਆਪਣਾ ਨੇਚਰ ਨਾਲ ਰਿਸ਼ਤਾ ਖਰਾਬ ਕਰਦਾ ਜਾ ਰਿਹਾ ਹੈ, ਇਸ ਕਰਕੇ ਉਸਦਾ ਮਨ ਬਹੁਤ ਹੀ ਜ਼ਿਆਦਾ ਦੁਖੀ ਹੁੰਦਾ ਹੈ। ਫੋਰਥ ਲਾਈਨ ਦੇ ਵਿੱਚ ਜਿਹੜਾ ਸੈਕਿੰਡ ਸਟੈਂਜ਼ੇ ਦੀ ਤੁਸੀਂ ਦੇਖੋਗੇ ਕਿ ਮ ਦੀ ਆਵਾਜ਼ ਬਾਰ-ਬਾਰ ਆ ਰਹੀ ਹੈ, ਮੈਨ, ਮੇਡ, ਮੈਨ। ਦੈਟ ਇਜ਼ ਕਿ ਇੱਥੇ ਐਲੀਟਰੇਸ਼ਨ ਵੀ ਯੂਜ਼ ਹੋਈ ਹੈ। ਤਾਂ ਇਹ ਵੀ ਇੱਕ ਬੱਚਿਓ ਪੋਲੀਟੀਕਲ ਡਿਵਾਈਸ ਹੈ ਜੋ ਕਵੀ ਨੇ ਇੱਥੇ ਯੂਜ਼ ਕੀਤੀ ਹੈ। ਇਹ ਐਲੀਟਰੇਸ਼ਨ ਇੱਥੇ ਚੌਥੀ ਲਾਈਨ ਦੇ ਵਿੱਚ ਯੂਜ਼ ਹੋਈ ਹੈ। ਤਾਂ ਬੱਚਿਓ ਪੋਇਮ ਦੇ ਤੀਸਰੇ ਕੁਆਟਰਨ ਦੇ ਵਿੱਚ ਕਵੀ ਲਿਖਦਾ ਹੈ ਕਿ ਥਰੂ ਪ੍ਰਿਮਰੋਜ਼ ਟਫਸ ਇਨ ਦੈਟ ਗ੍ਰੀਨ ਬਾਰ the periwinkle trailed its wreaths, and 'tis my faith that every flower enjoys the air it breathes। ਇਸ ਪੈਰੇ ਦੇ ਵਿੱਚ ਪਹਿਲੀ ਲਾਈਨ ਦੇ ਵਿੱਚ ਕਵੀ ਇੱਕ ਫਲਾਰ ਦਾ ਜ਼ਿਕਰ ਕਰਦਾ ਹੈ ਜਿਸ ਦਾ ਨਾਮ ਹੈ ਪ੍ਰਿਮਰੋਜ਼। ਤਾਂ ਇਹ ਪ੍ਰਿਮਰੋਜ਼ ਜਿਹੜਾ ਫਲਾਰ ਹੈ ਉਸ ਨੂੰ ਕਿੱਥੇ
ਕਿੱਥੇ ਹੈ ਉਹ, ਤਾਂ ਇੱਕ ਗ੍ਰੀਨ ਬਾਉਰ ਹੈ ਉਸ ਦੇ ਵਿੱਚ ਉਸ ਨੂੰ ਦਿਖ ਰਿਹਾ ਹੈ। ਗ੍ਰੀਨ ਬਾਉਰ, ਬਾਉਰ ਦਾ ਮਤਲਬ ਹੁੰਦਾ ਬੱਚਿਓ, ਸਪੋਜ਼ ਕਰੋ ਜਿਵੇਂ ਆਪਾਂ ਛੋਟੀ ਜਿਹੀ ਜਗ੍ਹਾ ਦੇ ਵਿੱਚ ਬਹੁਤ ਸਾਰੀਆਂ ਵੇਲਾਂ ਬੂਟੇ ਲਾ ਦਈਏ ਤੇ ਬਿਲਕੁਲ ਉੱਥੇ ਹਰੇਵਾਈ ਹੋ ਜੇ, ਤਾਂ ਉਸ ਨੂੰ ਅਸੀਂ ਬਾਉਰ ਕਹਿੰਦੇ ਹਾਂ। ਤਾਂ ਉੱਥੇ ਪ੍ਰਿਮਰੋਜ਼ ਨਾਂ ਦਾ ਉਹਨੂੰ ਫਲਾਵਰ ਦਿਖ ਰਿਹਾ ਹੈ, ਉਸ ਦਾ ਗੁੱਛਾ ਦਿਖ ਰਿਹਾ। ਟਫਸ ਦਾ ਮਤਲਬ ਗੁੱਛਾ। ਮੈਂ ਤੁਹਾਨੂੰ ਇਸ ਦੀ ਸਕਰੀਨ ਤੇ ਪਿਕ ਦਿਖਾਉਂਦਾ ਹਾਂ ਪ੍ਰਿਮਰੋਜ਼ ਦੀ। ਤਾਂ ਸਕਰੀਨ ਦੇ ਉੱਪਰ ਤੁਹਾਨੂੰ ਬੱਚਿਓ ਇਹ ਯੈਲੋ ਕਲਰ ਦਾ ਜੋ ਫਲਾਰ ਹੈ ਪ੍ਰਿਮਰੋਜ਼ ਉਹ ਦਿਖ ਰਿਹਾ ਹੈ। ਵਾਪਸ ਆਨੇ ਆ ਜੀ ਪੋਇਮ ਤੇ। ਦ ਪੈਰੀਵਿੰਕਲ ਟ੍ਰੇਲ ਇਟਸ ਰੀਡਸ। ਦੂਸਰੇ ਫਲਾਰ ਦਾ ਨਾਮ ਹੈ ਜੀ ਪੈਰੀਵਿੰਕਲ। ਤਾਂ ਪੈਰੀਵਿੰਕਲ ਵੀ ਇੱਕ ਫਲਾਰ ਹੈ। ਇਸ ਦੀ ਪਹਿਲਾਂ ਤੁਸੀਂ ਬੱਚਿਓ ਪਿਕ ਦੇਖੋ, ਤਾਂ ਤੁਹਾਨੂੰ ਸਕਰੀਨ ਦੇ ਉੱਪਰ ਇਹ ਪੈਰੀਵਿੰਕਲ ਫਲਾਰ ਦਿਖ ਰਿਹਾ ਹੈ। ਇਹ ਆਮ ਦਿਖ ਜਾਂਦਾ ਹੈ ਫਲਾਰ ਸਾਨੂੰ। ਤਾਂ ਹੁਣ ਉਹ ਜਿਹੜਾ ਫਲਾਰ ਹੈ ਪੈਰੀਵਿੰਕਲ, ਉਹ ਆਪਣੀ ਜਿਹੜੀ ਜੋ ਉਸਦੀ ਵੇਲ ਹੈ ਉਹ ਪ੍ਰਿਮਰੋਜ਼ ਦੇ ਟਫਸ ਵਿੱਚੋਂ ਦੀ ਮਤਲਬ ਕਿ ਉਹ ਬਾਹਰ ਆ ਰਹੀ ਹੈ। ਟ੍ਰੇਲਡ ਇਟਸ ਰੀਡਸ, ਮਤਲਬ ਇਸ ਤਰ੍ਹਾਂ ਕਵੀ ਨੇ ਇਸ ਨੂੰ ਡਿਸਕ੍ਰਾਈਬ ਕੀਤਾ ਕਿ ਪੈਰੀਵਿੰਕਲ ਦੀ ਜਿਹੜਾ ਫਲਾਰ ਹੈ ਉਹ ਪ੍ਰਿਮਰੋਜ਼ ਦੇ ਟਫਸ ਦੇ ਵਿੱਚੋਂ ਦੀ ਬਾਹਰ ਦੀ ਨਿਕਲ ਰਿਹਾ ਹੈ। ਤੇ ਉਹਨੂੰ ਇਸ ਤਰ੍ਹਾਂ ਮਤਲਬ ਜਿਸ ਤਰ੍ਹਾਂ ਦੇਖ ਕੇ ਉਸ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਇਟਸ ਮਾਈ ਫੇਥ ਦੈਟ ਐਵਰੀ ਫਲਾਰ ਇੰਜੋਏ ਦਾ ਏਅਰ ਇਟ ਬਰੀਥਸ। ਕਿ ਕਹਿੰਦਾ ਮੇਰਾ ਵਿਸ਼ਵਾਸ ਹੈ ਕਿ ਹਰ ਇੱਕ ਫਲਾਰ, ਚਾਹੇ ਉਹ ਪ੍ਰਿਮਰੋਜ਼ ਹੈ ਚਾਹੇ ਪੈਰੀਵਿੰਕਲ ਹੈ, ਉਹ ਆਪਣੇ ਆਲੇ ਦੁਆਲੇ ਦੀ ਆਬੋ ਹਵਾ ਨੂੰ ਇੰਜੋਏ ਕਰਦਾ ਹੈ, ਕਿਉਂਕਿ ਉਸ ਨੂੰ ਉਹ ਬਰੀਥ ਕਰਦਾ ਹੈ, ਮਤਲਬ ਉਸ ਨੂੰ ਆਪਣੇ ਅੰਦਰ ਲੈ ਕੇ ਜਾਂਦਾ ਹੈ ਤੇ ਉਸ ਆਪਣੇ ਆਲੇ ਦੁਆਲੇ ਦੀ ਆਬੋ ਹਵਾ ਨੂੰ ਉਹ ਬਹੁਤ ਜ਼ਿਆਦਾ ਇੰਜੋਏ ਕਰਦਾ। ਤਾਂ ਬੱਚਿਓ ਇਹਨਾਂ ਜਿਹੜੀਆਂ ਲਾਸਟ ਵਾਲੀਆਂ ਦੋ ਲਾਈਨਸ ਹੈ ਸਟੈਂਜ਼ੇ ਦੀਆਂ, ਇਸ ਦੇ ਵਿੱਚ ਵੀ ਕਵੀ ਨੇ ਪਰਸੋਨੀਫਿਕੇਸ਼ਨ ਯੂਜ਼ ਕੀਤੀ ਹੈ, ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਉਸਨੇ ਕੀ ਕਿਹਾ ਕਿ ਇੰਜੋਇਜ਼ ਦਾ ਏਅਰ ਇਟ ਬਰੀਥਸ। ਆਮ ਤੌਰ ਤੇ ਬਰੀਥ ਸ਼ਬਦ ਕਿਹਦੇ ਲਈ ਵਰਤਿਆ ਜਾਂਦਾ ਹੈ? ਹਿਊਮਨ ਲਈ, ਕਿਉਂਕਿ ਹਿਊਮਨ ਸਾਹ ਲੈਂਦੇ ਹੈ। ਲੇਕਿਨ ਉਸਨੇ ਇੱਥੇ ਫਲਾਰਸ ਲਈ ਵਰਤਿਆ। ਤਾਂ ਫਲਾਰਸ ਲਈ ਹਿਊਮਨ ਕੁਆਲਿਟੀ ਵਰਤੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਕਿ ਇਸ ਜਗ੍ਹਾ ਤੇ ਕਵੀ ਨੇ ਪਰਸੋਨੀਫਿਕੇਸ਼ਨ ਯੂਜ਼ ਕੀਤੀ ਹੈ। ਫਿਰ ਉਹ ਅੱਗੇ ਕੀ ਕਹਿੰਦਾ ਹੈ? ਅਗਲੇ ਪੈਰੇ ਦੇ ਵਿੱਚ ਉਹ ਬਰਡਸ ਦੀ ਗੱਲ ਕਰਦਾ ਹੈ। ਕਹਿੰਦਾ ਦਾ ਬਰਡਸ ਅਰਾਊਂਡ ਮੀ hopped and played, their thoughts I cannot measure, but the least motion which they made, it seemed a thrill of pleasure। ਤਾਂ ਉਸਦੇ ਆਲੇ ਦੁਆਲੇ ਕੁਝ ਬਰਡਸ ਵੀ ਨੇ ਜਿੱਥੇ ਉਹ ਬੈਠਾ ਹੈ, ਐਂਡ ਦੇ ਆਰ ਹੋਪਿੰਗ ਐਂਡ ਪਲੇਇੰਗ। ਨਾ ਹੋਪ ਦਾ ਮਤਲਬ ਹੁੰਦਾ ਹੈ ਜੀ ਮੂਵਿੰਗ, ਜਿਵੇਂ ਮੂਵ ਕਰਨਾ, ਠੀਕ ਹੈ। ਤਾਂ ਉਹ ਮੂਵ ਕਰ ਰਹੇ ਨੇ ਇੱਧਰ ਉੱਧਰ ਅਤੇ ਖੇਡ ਰਹੇ ਨੇ ਬਰਡਸ। ਦੇਅਰ ਥੋਟਸ ਆਈ ਕੈਨ ਨੋਟ ਮੈਜਰ, ਕਹਿੰਦੇ ਮੈਂ ਉਹਨਾਂ ਦੇ ਜੋ ਅੰਦਰ ਦੇ ਵਿਚਾਰ ਨੇ ਉਹਨਾਂ ਨੂੰ ਮੈਂ ਮਾਪ ਨਹੀਂ ਸਕਦਾ। ਮੈਜਰ ਦਾ ਮਤਲਬ ਮਾਪਣਾ, ਥਾਟਸ ਉਹਨਾਂ ਦੇ ਵਿਚਾਰ। ਤਾਂ ਹੁਣ ਬੱਚਿਓ ਇੱਥੇ ਫੇਰ ਕਵੀ ਨੇ ਪਰਸੋਨੀਫਿਕੇਸ਼ਨ ਯੂਜ਼ ਕੀਤੀ ਹੈ ਕਿ ਆਮ ਤੌਰ ਤੇ ਥਿੰਕਿੰਗ ਦਾ ਕੰਮ ਕਿਹਦਾ ਹੈ? ਇਨਸਾਨ ਦਾ ਹੈ, ਲੇਕਿਨ ਇੱਥੇ ਉਹਨੇ ਥਾਟਸ ਕਿਹਦੇ ਲਈ ਯੂਜ਼ ਕੀਤਾ ਹੈ? ਬਰਡਸ ਲਈ। ਤਾਂ ਜਿਹੜੀ ਹਿਊਮਨ ਕੁਆਲਿਟੀ ਆ ਉਸਨੇ ਐਟਰੀਬਿਊਟ ਕੀਤੀ ਹੈ ਬਰਡਸ ਲਈ। ਤਾਂ ਅਸੀਂ ਕਹਿੰਦੇ ਹਾਂ ਕਿ ਇਸ ਪੋਇਮ ਦੇ ਵਿੱਚ, ਇਸ ਲਾਈਨ ਦੇ ਵਿੱਚ ਵੀ ਪਰਸੋਨੀਫਿਕੇਸ਼ਨ ਯੂਜ਼ ਕੀਤੀ ਗਈ ਹੈ। ਤਾਂ ਤੁਸੀਂ ਦੇਖ ਸਕਦੇ ਹੋ ਬੱਚਿਓ ਕਿ ਪੂਰੀ ਪੋਇਮ ਦੇ ਵਿੱਚ ਕਵੀ ਨੇ ਪਰਸੋਨੀਫਿਕੇਸ਼ਨ ਜੋ ਪੋਇਟੀਕਲ ਡਿਵਾਈਸ ਹੈ ਬਹੁਤ ਜ਼ਿਆਦਾ ਯੂਜ਼ ਕੀਤੀ ਹੈ। ਕਹਿੰਦੇ ਮੈਂ ਉਹਨਾਂ ਦੇ ਵਿਚਾਰਾਂ ਨੂੰ ਮਾਪ ਨਹੀਂ ਸਕਦਾ, ਉਹਨਾਂ ਦੇ ਅੰਦਰ ਕੀ ਹੈ ਮੈਂ ਨਹੀਂ ਜਾਣ ਸਕਦਾ। ਬਟ ਦ ਲੀਸਟ ਮੋਸ਼ਨ ਵਿਚ ਦੇ ਮੇਡ ਇਟ ਸੀਮਡ ਅ ਥ੍ਰਿਲ ਆਫ ਪਲੇਜਰ। ਪਰ ਕਹਿੰਦੇ ਉਹਨਾਂ ਦੀ ਜੋ ਮੂਵਮੈਂਟ ਕਰ ਰਹੇ ਨੇ, ਜੋ ਮੈਨੂੰ ਉਹ ਲੱਗ ਰਿਹਾ ਹੈ ਕਿ ਉਹਨਾਂ ਦੀ ਮੂਵਮੈਂਟ ਨੂੰ ਦੇਖ ਕੇ ਮੈਨੂੰ ਐ ਲੱਗਦਾ ਹੈ ਕਿ ਉਹਨਾਂ ਦੇ ਅੰਦਰ ਬਹੁਤ ਹੀ ਜ਼ਿਆਦਾ ਅਤਿਅੰਤ ਖੁਸ਼ੀ ਹੈ। ਪਲੇਜਰ ਤੁਹਾਨੂੰ ਪਤਾ ਹੈ ਕਿ ਖੁਸ਼ੀ ਦੀ ਅਤਿਅੰਤ ਸੀਮਾ ਨੂੰ ਕਿਹਾ ਜਾਂਦਾ ਹੈ। ਤਾਂ ਉਹਨਾਂ ਦੇ ਅੰਦਰ ਬਹੁਤ ਹੀ ਜ਼ਿਆਦਾ ਖੁਸ਼ੀ ਹੈ। ਤਾਂ ਇਹਨਾਂ ਦੋਨਾਂ ਸਟੈਂਜ਼ਰਸ ਦੇ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੈ ਕਿ ਜਿਹੜੀ ਨੇਚਰ ਨੂੰ ਜਿਹੜੇ ਬਾਕੀ ਸਾਰੇ ਜੀਵ ਇੰਜੋਏ ਕਰਦੇ ਆ, ਜਿਵੇਂ ਚਾਹੇ ਉਹ ਕੋਈ ਫਲਾਰ ਹੈ, ਪ੍ਰਿਮਰੋਜ਼ ਹੈ, ਪੈਰੀਵਿੰਕਲ ਹੈ ਜਾਂ ਬਰਡਸ ਹੈ, ਉਹ ਸਾਰੇ ਨੇਚਰ ਨੂੰ ਪੂਰੀ ਤਰ੍ਹਾਂ ਇੰਜੋਏ ਕਰਦੇ ਹਨ। ਪੋਇਮ ਦੇ 5ਵੇਂ ਕੁਆਟਰ ਨੂੰ ਪੜ੍ਹਦੇ ਹਾਂ। The budding twigs spread out their fan to catch the breezy air, and I must think, do all I can, that there were pleasure there। ਬਡਿੰਗ ਦਾ ਮਤਲਬ ਹੁੰਦਾ ਹੈ ਉਗਦੀਆਂ ਹੋਈਆਂ, ਟਵਿਗਸ ਦਾ ਮਤਲਬ ਟਹਿਣੀਆਂ। ਵੀ ਜਿਹੜੀਆਂ ਨਵੀਆਂ ਜਿਵੇਂ ਟਹਿਣੀਆਂ ਉਗ ਰਹੀਆਂ ਹੋਣ ਤਾਂ ਉਹ ਆਪਣੇ ਜਿਹੜੇ ਫੈਨ ਨੇ ਮਤਲਬ ਕਿ ਆਪਣੇ ਆਪ ਨੂੰ ਫੈਲਾ ਰਹੀਆਂ ਨੇ, ਤਾਂ ਕਿ ਉਹ ਜਿਹੜਾ ਉਸ ਉੱਥੇ ਦੇ ਆਲੇ ਦੁਆਲੇ ਦੀ ਏਅਰ ਹੈ ਉਸ ਨੂੰ ਉਹ ਕੈਚ ਕਰ ਲੈਣ। ਤਾਂ ਇੱਥੇ ਵੀ ਬੱਚੇ ਉਹ ਕਹਿਣ ਦਾ ਮਤਲਬ ਇਹ ਕਹਿ ਰਿਹਾ ਹੈ ਪੋਇਟ ਕਿ ਜਿਹੜੀਆਂ ਵੀ ਚੀਜ਼ਾਂ ਨੇ, ਚਾਹੇ ਉਹ ਬਰਡਸ ਨੇ, ਚਾਹੇ ਟਹਿਣੀਆਂ ਨੇ, ਚਾਹੇ ਫੁੱਲ ਨੇ, ਉਹ ਸਾਰੇ ਨੇਚਰ ਨੂੰ ਇੰਜੋਏ ਕਰ ਰਹੇ ਨੇ, ਨੇਚਰ ਦੀ ਆਬੋ ਹਵਾ ਨੂੰ ਇੰਜੋਏ ਕਰ ਰਹੇ ਨੇ। ਕਹਿੰਦੇ ਫਿਰ ਐਂਡ ਆਈ ਮਸਟ ਥਿੰਕ ਡੂ ਆਲ ਆਈ ਕੈਨ। ਇੱਥੇ ਹੁਣ ਕਵੀ
ਕਹਿੰਦਾ ਹੈ ਕਿ ਮੈਨੂੰ ਸੋਚਣਾ ਚਾਹੀਦਾ ਜਿੰਨਾ ਮੈਂ ਸੋਚ ਸਕਾਂ, ਐਂਡ ਆਈ ਮਸਟ ਥਿੰਕ ਡੂ ਆਲ ਆਈ ਕੈਨ, ਜਿੰਨਾ ਮੈਂ ਸੋਚ ਸਕਾਂ ਕਿ ਆਲੇ ਦੁਆਲੇ ਚਾਰੇ ਪਾਸੇ ਪਲੇਜ਼ਰ ਹੈ, ਸਾਰੇ ਪਾਸੇ ਖੁਸ਼ੀ ਹੀ ਖੁਸ਼ੀ ਹੈ। ਮਤਲਬ ਨੇਚਰ ਦੇ ਵਿੱਚ ਜੋ ਵੀ ਕੋਈ ਰਹਿੰਦਾ ਹੈ, ਚਾਹੇ ਉਹ ਫਲਾਰ ਹੈ, ਚਾਹੇ ਕੋਈ ਉੱਗਦੀ ਹੋਈ ਟਹਿਣੀ ਹੈ, ਚਾਹੇ ਕੋਈ ਬਰਡਸ ਨੇ, ਉਹ ਸਾਰੇ ਨੇਚਰ ਨੂੰ ਇੰਜੋਏ ਕਰਦੇ ਨੇ। ਲਾਸਟ ਕੁਆਟਰੇਨ ਦੇ ਵਿੱਚ ਕਵੀ ਕੀ ਕਹਿੰਦਾ ਹੈ, ਇਫ ਦਿਸ ਬਿਲੀਫ ਫਰੋਮ ਹੈਵਨ ਬੀ ਸੈਂਟ, ਇਫ ਸਚ ਬੀ ਨੇਚਰਸ ਹੋਲੀ ਪਲਾਨ, ਹੈਵ ਆਈ ਨੋਟ ਰੀਜ਼ਨ ਟੂ ਲਮੈਂਟ ਵਟ ਮੈਨ ਹੈਜ਼ ਮੇਡ ਆਫ ਮੈਨ। ਹੁਣ ਉਹ ਕਵੀ ਇਹ ਸਾਰੀਆਂ ਗੱਲਾਂ ਨਾਲ ਰਿਲੇਟ ਕਰ ਰਿਹਾ ਹੈ, ਕਹਿੰਦੇ ਵੀ ਦੇਖੋ ਫੁੱਲ ਬੂਟੇ ਪੱਤੀਆਂ ਸਭ ਨੇਚਰ ਨੂੰ ਇੰਜੋਏ ਕਰਦੇ ਨੇ, ਤਾਂ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਇਹ ਬਿਲੀਫ ਹੈ, ਜਿਹੜਾ ਵਿਸ਼ਵਾਸ ਹੈ, ਇਹ ਪਰਮਾਤਮਾ ਨੇ ਭੇਜੀ ਹੈ। ਹੈਵਨ ਦਾ ਮਤਲਬ ਸਵਰਗ ਹੁੰਦਾ ਹੈ, ਇਹ ਉੱਪਰੋਂ ਹੀ ਆਈ ਹੈ ਕਿ ਜਿਹੜੀ ਵੀ ਚੀਜ਼ ਬਣੀ ਹੈ ਉਸਨੇ ਨੇਚਰ ਨੂੰ ਇੰਜੋਏ ਕਰਨਾ ਹੈ, ਚਾਹੇ ਕੋਈ ਉਹ ਟਹਿਣੀ ਹੈ, ਫੁੱਲ ਹੈ, ਫਲਾਰ ਹੈ, ਕੁਝ ਵੀ ਹੈ, ਤਾਂ ਉਹ ਉਸਨੇ ਨੇਚਰ ਨੂੰ ਇੰਜੋਏ ਕਰਨਾ ਹੈ। ਤੇ ਮੈਨੂੰ ਇਹ ਲੱਗਦਾ ਹੈ ਕਿ ਨੇਚਰ ਦਾ ਜਿਹੜਾ ਹੋਲੀ ਪਲਾਨ ਹੈ, ਹੋਲੀ ਦਾ ਮਤਲਬ ਪਵਿੱਤਰ, ਪਲਾਨ ਦਾ ਮਤਲਬ ਕੋਈ ਯੋਜਨਾ, ਵੀ ਇਹੀ ਹੈ ਕਿ ਨੇਚਰ ਨੂੰ ਆਪਾਂ ਨੇ ਇੰਜੋਏ ਕਰਨਾ ਹੈ। ਫਿਰ ਕਹਿੰਦੇ ਮੈਨੂੰ ਇਹ ਬੜਾ ਦੁੱਖ ਹੁੰਦਾ ਹੈ ਤੇ ਕਿ ਜਦੋਂ ਸਾਰੀਆਂ ਚੀਜ਼ਾਂ ਇੰਜੋਏ ਕਰਦੀਆਂ ਨੇਚਰ ਨੂੰ, ਫੁੱਲ ਕਰਦੇ ਹੈ, ਪੱਤੇ ਕਰਦੇ ਹੈ, ਸਭ ਕੁਝ ਕਰਦਾ, ਤਾਂ ਇਨਸਾਨ ਨੇਚਰ ਨੂੰ ਇੰਜੋਏ ਕਿਉਂ ਨਹੀਂ ਕਰਦਾ। ਹੈਵ ਆਈ ਨੋਟ ਰੀਜ਼ਨ ਟੂ ਲਮੈਂਟ, ਲਮੈਂਟ ਦਾ ਮਤਲਬ ਪਛਤਾਵਾ ਹੋਣਾ, ਅਫਸੋਸ ਹੋਣਾ। ਕਹਿੰਦੇ ਫਿਰ ਮੇਰਾ ਪਛਤਾਵਾ ਕਰਨ ਦਾ ਜੋ ਰੀਜ਼ਨ ਹੈ ਉਹ ਸਹੀ ਹੈ ਕਿ ਵਟ ਮੈਨ ਹੈਜ਼ ਮੇਡ ਆਫ ਮੈਨ, ਕਿ ਆਦਮੀ ਨੇਚਰ ਨੂੰ ਇੰਜੋਏ ਕਿਉਂ ਨਹੀਂ ਕਰਦਾ, ਬਾਕੀ ਸਾਰੇ ਜਣੇ ਨੇਚਰ ਨੂੰ ਇੰਜੋਏ ਕਰਦੇ ਨੇ, ਆਦਮੀ ਨੂੰ ਕੀ ਹੋ ਗਿਆ, ਉਹ ਨੇਚਰ ਨੂੰ ਖਰਾਬ ਕਰਨ ਤੇ ਕਿਉਂ ਤੁਲਿਆ ਹੋਇਆ। ਤਾਂ ਬੱਚਿਓ ਮੈਂ ਤੁਹਾਨੂੰ ਦੱਸਿਆ ਸੀ ਪੋਇਮ ਦੇ ਸ਼ੁਰੂ ਦੇ ਵਿੱਚ ਕਿ ਵਟ ਮੈਨ ਹੈਜ਼ ਮੇਡ ਆਫ ਮੈਨ ਜਿਹੜੀ ਲਾਈਨ ਹੈ ਇਹ ਉੱਪਰ ਵੀ ਆਈ ਹੈ। ਜਿਸ ਟਾਈਮ ਇਹ ਉੱਪਰ ਆਈ ਹੈ ਉਸ ਟਾਈਮ ਕਵੀ ਨੇ ਸਿਰਫ ਆਪਣੇ ਵਿਚਾਰ ਉਸ ਟਾਈਮ ਦੱਸੇ ਸੀਗੇ ਕਿ ਮੇਰਾ ਮਨ ਜਿਹੜਾ ਹੈ ਇਹ ਦੁਖੀ ਹੁੰਦਾ ਹੈ ਕਿ ਜਿਹੜਾ ਮੈਨ ਹੈ ਇਹ ਕੁਦਰਤ ਤੋਂ ਜੁਦਾ ਕਿਉਂ ਹੋ ਰਿਹਾ ਹੈ। ਲੇਕਿਨ ਇੱਥੇ ਉਹ ਸਾਡੇ ਅੱਗੇ ਕੁਐਸਚਨ ਕਰਦਾ, ਉਹ ਸਾਡੇ ਅੱਗੇ ਦੋਨਾਂ ਲਾਈਨਾਂ ਦੇ ਵਿੱਚ ਉਹ ਕੁਐਸਚਨ ਕਰਦਾ ਹੈ ਕਿ ਜੋ ਮੈਂ ਸੋਚ ਰਿਹਾ ਹਾਂ ਕਿ ਬਾਕੀ ਸਾਰੇ ਜਣੇ ਇੰਜੋਏ ਕਰਦੇ ਨੇਚਰ ਨੂੰ, ਇਨਸਾਨ ਕਿਉਂ ਨਹੀਂ ਇੰਜੋਏ ਕਰ ਰਿਹਾ, ਕਿ ਮੇਰਾ ਸੋਚਣਾ ਸਹੀ ਹੈ। ਉਹ ਸਾਨੂੰ ਕੁਐਸਚਨ ਕਰਕੇ ਪੁੱਛ ਰਿਹਾ, ਕੁਐਸਚਨ ਮਾਰਕ ਹੈ। ਤਾਂ ਬਿਲਕੁਲ ਬੱਚਿਓ, ਬਿਲਕੁਲ ਸਹੀ ਹੈ ਪੋਇਟ ਦਾ ਸੋਚਣਾ। ਅਸੀਂ ਦੇਖੋ ਨੇਚਰ ਤੋਂ ਕਿੰਨਾ ਦੂਰ ਹੋ ਰਹੇ ਹਾਂ, ਨੇਚਰ ਨੂੰ ਅਸੀਂ ਪਸੰਦ ਨਹੀਂ ਕਰਦੇ, ਉਹਦੇ 'ਚ ਰਹਿਣਾ ਪਸੰਦ ਨਹੀਂ ਕਰਦੇ। ਤੇ ਕਵੀ ਨੇ ਇੱਕ ਸਾਡੇ ਲਈ ਇੱਥੇ ਓਪਨ ਐਂਡਡ ਕੁਐਸਚਨ ਨਾਲ ਪੋਇਮ ਨੂੰ ਐਂਡ ਕੀਤਾ। ਤਾਂ ਬੱਚਿਓ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਪੋਇਮ ਸਾਰੀ ਪਸੰਦ ਆਈ ਹੋਏਗੀ। ਇਸ ਪੋਇਮ ਦੀ ਪੂਰਾ ਪੈਰਾਫਰੇਜ਼ ਤੁਸੀਂ ਆਪਣੀਆਂ ਨੋਟਬੁੱਕਸ 'ਤੇ, ਫੈਨ ਨੋਟਬੁੱਕਸ 'ਤੇ ਬਹੁਤ ਹੀ ਸੁੰਦਰ ਲਿਖਾਈ ਦੇ ਵਿੱਚ ਇਸ ਦੇ 6 ਦੇ 6 ਸਟੈਂਜਿਸ ਦੀ ਐਕਸਪਲੇਨੇਸ਼ਨ ਕਰ ਲੈਣੀ ਹੈ ਆਪਣੀ ਲੈਂਗੁਏਜ ਦੇ ਵਿੱਚ। ਗਲੋਸਰੀ ਵੀ ਤੁਸੀਂ ਬਣਾ ਲੈਣੀ ਹੈ। ਇਸ ਪੋਇਮ ਦੇ ਵਿੱਚ ਤੁਹਾਡੀ ਟੈਕਸਟ ਬੁੱਕ ਦੇ ਵਿੱਚ ਵੀ ਕੁਝ ਗਲੋਸਰੀ ਹੈ, ਤੁਸੀਂ ਉਹ ਵਾਲੇ ਵਰਡਸ ਯੂਜ਼ ਕਰ ਸਕਦੇ ਹੋ, ਉਸ ਦੇ ਨਾਲ ਕੁਝ ਹੋਰ ਵਰਡਸ ਵੀ ਐਡ ਕਰ ਸਕਦੇ ਹੋ ਅਤੇ ਉਸ ਨੂੰ ਆਪਣੀਆਂ ਫੈਨ ਨੋਟਬੁੱਕਸ 'ਤੇ ਜ਼ਰੂਰ ਕੰਪਲੀਟ ਕਰ ਲੈਣਾ ਹੈ ਅਤੇ ਮੈਨੂੰ ਉਸ ਦੀਆਂ ਪਿਕਸ ਜ਼ਰੂਰ ਭੇਜ ਦੇਣੀਆਂ ਹਨ। ਧੰਨਵਾਦ।